सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसीं सारे बहुत ही वधिया होने आ। अज दी पैडागोजी दी क्लास विच कुछ बहुत ही इंपॉर्टेंट प्रश्नां नूं समझण जा रहे हां। सो शुरू करदे हां अज दी अपनी क्लास नूं। तुसीं इस क्लास नूं लास्ट तक विखना है एंड फीडबैक जरूर देना है कि तुहाडे 10 विचों किन्ने नंबर बने ने। क्लास नूं शुरू करन तो पहलां चैनल नूं सबसक्राइब जरूर कर लिओ एंड वीडियो नूं भी लाइक कर दिओ। सो शुरू करदे हां अज दी अपनी क्लास नूं। पहला जिहड़ा प्रश्न है, स्केपगोटिज्म इज एन एग्जाम्पल ऑफ। बली दा बकरावाद एक उदाहरण हैगी है। कादी उदाहरण हैगी है जी कि ये रैशनलाइजेशन दी उदाहरण है, तर्कशीलता या फिर इंट्रोवर्जन अंतर्मुखी, कंपनसेशन मुआवजा या फिर डिसप्लेसमेंट विस्थापन। सीधी तरह तुहानूं पुछ लिया गया स्केपगोटिज्म कादी एग्जाम्पल हैगी आ। ये एग्जाम्पल है डिसप्लेसमेंट दी एंड जिहदे विच आपां गल करदे हां डिसप्लेसमेंट हुंदी की है, ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਤੇ ਆਪਾਂ ਕੀ ਕਰਦੇ ਆ, ਆਪਣਾ ਆਪ ਦਾ ਜਿਹੜਾ ਗੁੱਸਾ ਹੈਗਾ ਕਿਸੇ ਤੇ ਉਤਾਰ ਦਿੰਨੇ ਆ, ਜਾਂ ਫਿਰ ਜਦੋਂ ਆਪਾਂ ਆਪ ਦੀ ਅਸੀਂ ਗਲਤੀ ਨਾ ਮੰਨ ਰਹੇ ਹੋਈਏ ਕਿਸੇ ਹੋਰ ਤੇ ਆਪਾਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹ ਥੋਪ ਦਿੰਨੇ ਆ। ਇਹਨੂੰ ਹੀ ਆਪਾਂ ਸਕੇਪਗੋਟਿਜ਼ਮ ਦਾ ਨਾਮ ਦਿੰਨੇ ਆ ਜਾਂ ਫਿਰ ਆਪਾਂ ਇਹਨੂੰ ਡਿਸਪਲੇਸਮੈਂਟ ਦਾ ਨਾਮ ਦਿੰਨੇ ਆ। ਇੱਕ ਟਰਮ ਸੀਗੀ, ਇੰਪੋਰਟੈਂਟ ਟਰਮ ਹੈ ਜੀ, ਇਹਨੂੰ ਤੁਸੀਂ ਯਾਦ ਕਰ ਲਿਓ। ਚੱਲਦੇ ਆ ਅਗਲੇ ਪ੍ਰਸ਼ਨ ਤੇ। ਲੋਇਟਰਿੰਗ ਐਂਡ ਪੁਆਇੰਟਿੰਗ ਆਊਟ ਅਦਰਸ ਫॉर ਹਿਸ ਫਾਲਟਸ ਆਰ ਦ ਕਰੈਕਟਰਿਸਟਿਕਸ ਆਫ। दूसरिਆਂ ਨੂੰ ਉਸ ਦੀਆਂ ਨੁਕਸ ਕੱਢਣਾ ਅਤੇ ਇਸ਼ਾਰਾ ਕਰਨਾ ਕਿਹਦੀ ਵਿਸ਼ੇਸ਼ਤਾ ਹੈਗੀ ਆ? ਕੀ ਇਹ ਇੰਟਰੋਵਰਟ ਦੀ ਵਿਸ਼ੇਸ਼ਤਾ ਹੈ, ਸ਼ਾਰਟ ਟੈਂਪਰ ਛੋਟਾ ਗੁੱਸਾ, ਜਾਂ ਫਿਰ ਐਕਸਟਰੋਵਰਟ ਬਾਹਰੀ, ਜਾਂ ਫਿਰ ਐਂਬੀਵਰਟ? ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੈ ਲੋਇਟਰਿੰਗ ਐਂਡ ਪੁਆਇੰਟਿੰਗ ਆਊਟ ਅਦਰਸ ਫॉर ਹਿਸ ਫਾਲਟਸ। ਇਹ ਕਿਹਦੀ ਉਦਾਹਰਨ ਹੈਗੀ ਆ? ਇਹ ਉਦਾਹਰਨ ਹੈਗੀ ਆ ਸ਼ਾਰਟ ਟੈਂਪਰ। ਇੱਥੇ ਛੋਟਾ ਗੁੱਸਾ ਤਾਂ ਨਹੀਂ ਆਉਣਾ ਸੀ, ਮਤਲਬ ਸ਼ਾਰਟ ਟੈਂਪਰ ਹੁੰਦਾ ਕੀ ਹੈ, ਜਦੋਂ ਛੇਤੀ ਬੰਦੇ ਨੂੰ ਗੁੱਸਾ ਆ ਜਾਂਦਾ ਉਹਨੂੰ ਆਪਾਂ ਸ਼ਾਰਟ ਟੈਂਪਰ ਕਹਿੰਦੇ ਆ। ਇਹ ਵੀ ਤੁਸੀਂ ਸੁਣਿਆ ਹੋਊਗਾ ਕਿ ਉਹ ਬੜਾ ਹੀ ਸ਼ਾਰਟ ਟੈਂਪਰਡ ਬੰਦਾ ਆ, ਮਤਲਬ ਉਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ। ਸੋ ਇਹਦਾ ਮਤਲਬ ਇਹੀ ਹੈ ਕਿ ਦੂਸਰਿਆਂ ਨੂੰ ਉਸ ਦਾ ਮਤਲਬ ਨੁਕਸ ਕੱਢਦੇ ਰਹਿੰਦੇ ਆ, ਗੁੱਸਾ ਆ ਜਾਂਦਾ, ਪੁਆਇੰਟ ਆਊਟ ਕਰਦੇ ਰਹਿੰਦੇ ਆ। ਇਹ ਆਪਾਂ ਕਿਹਨੂੰ ਕਹਿੰਦੇ ਆ? ਇੱਕ ਸ਼ਾਰਟ ਟੈਂਪਰਡ ਬੰਦੇ ਦੀ ਨਿਸ਼ਾਨੀ ਹੈਗੀ ਆ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਦੇ ਆ ਅਗਲੇ ਪ੍ਰਸ਼ਨ ਤੇ। ਕੈਥਾਰਟਿਕ ਥਿਊਰੀ ਆਫ ਪਲੇ ਐਕਟੀਵਿਟੀਜ਼ ਹੈਜ਼ ਅ ਕਲੋਜ਼ ਰਿਲੇਸ਼ਨ ਵਿਦ ਡੈਸ਼ ਸਕੂਲ ਆਫ ਸਾਈਕੋਲੋਜੀ। ਖੇਡ ਗਤੀਵਿਧੀਆਂ ਦੇ ਕੈਥਾਰਟਿਕ ਥਿਊਰੀ ਦਾ ਮਨੋਵਿਗਿਆਨ ਦੇ ਡੈਸ਼ ਸਕੂਲ ਨਾਲ ਨਜ਼ਦੀਕੀ ਸੰਬੰਧ ਹੈ। ਕੀ ਇਹ ਨੈਚੁਰਲਿਜ਼ਮ ਹੈ, ਕੁਦਰਤਵਾਦ ਹੈ, ਬਿਹੇਵੀਅਰਿਜ਼ਮ ਹੈ, ਵਿਵਹਾਰਵਾਦ, ਸਾਈਕੋ ਐਨਾਲਿਸਿਸ, ਮਨੋਵਿਸ਼ਲੇਸ਼ਣ, ਜਾਂ ਫਿਰ ਆਪਸ਼ਨ ਨੰਬਰ ਡੀ ਪ੍ਰਪੋਜ਼ਿਜ਼ਮ ਉਦੇਸ਼ਵਾਦ। ਐਂਡ ਜੇਕਰ ਆਪਾਂ ਗੱਲ ਕਰੀਏ ਇਹਦਾ ਸਹੀ ਜਵਾਬ ਕੀ ਹੋਊਗਾ? ਇਹਦਾ ਸਹੀ ਜਵਾਬ ਹੈ ਬਿਹੇਵੀਅਰਿਜ਼ਮ, ਵਿਵਹਾਰਵਾਦ। ਐਂਡ ਜੇ ਆਪਾਂ ਗੱਲ ਕਰੀਏ ਕੈਥਾਰਟਿਕ ਜਿਹੜੀ ਥਿਊਰੀ ਹੈਗੀ ਆ, ਜਿਹਦੇ ਅਕੋਰਡਿੰਗ ਜਿਹੜਾ ਕੈਥਾਰਟਿਕ ਥਿਊਰੀ ਆਫ ਪਲੇ ਆ, ਕੈਥਾਰਟਿਕ ਨਾਮ ਦਾ ਜਿਹੜਾ ਵਰਡ ਹੈ ਇੱਕ ਗ੍ਰੀਕ ਵਰਡ ਹੈ ਜਿਹਦਾ ਮਤਲਬ ਹੁੰਦਾ ਪਿਉਰੀਫਿਕੇਸ਼ਨ ਜਾਂ ਫਿਰ ਕਲੈਰੀਫਿਕੇਸ਼ਨ। ਜਿਹਦੇ ਵਿੱਚ ਜਿਹੜੀ ਟ੍ਰੈਜਡੀ ਹੁੰਦੀ ਹੈ ਜਾਂ ਫਿਰ ਕੋਈ ਵੀ ਜਿਹਦੇ ਵਿੱਚ ਡਰਾਮਾ ਵਗੈਰਾ ਕੀਤਾ ਜਾ ਰਿਹਾ, ਜਿਹੜਾ ਵੀ ਪਲੇ ਹੈਗਾ ਇਹ, ਇਸ ਪਲੇ ਦੇ ਵਿੱਚ ਜਿਹੜੀ ਇਮੀਟੇਸ਼ਨ ਹੈਗੀ ਆ ਉਹ ਕੀਤੀ ਜਾਂਦੀ ਹੈ। ਇਮੀਟੇਸ਼ਨ ਕੀਤੀ ਜਾਂਦੀ ਹੈ ਬੜੇ ਹੀ ਸੀਰੀਅਸ ਵੇ ਨਾਲ, ਜਿਹਦੇ ਵਿੱਚ ਗੁੱਸਾ ਜਾਂ ਫਿਰ ਜਿਹੜਾ ਡਰ ਹੈਗਾ ਉਹਨੂੰ ਵਿਖਾਇਆ ਜਾਂਦਾ। ਇਹਨੂੰ ਹੀ ਆਪਾਂ ਕੈਥਾਰਟਿਕ ਥਿਊਰੀ ਆਫ ਪਲੇ ਦਾ ਨਾਮ ਦਿੰਨੇ ਆ। ਮੇਨਲੀ ਬਿਹੇਵੀਅਰਿਜ਼ਮ ਦੇ ਵਿੱਚ ਆਪਾਂ ਇਮੀਟੇਸ਼ਨ ਹੋ ਗਈ, ਪ੍ਰੈਕਟਿਸ ਹੋ ਗਈ, ਰੈਨਫੋਰਸਮੈਂਟ ਹੋ ਗਈ, ਹੈਬਿਟ ਵਗੈਰਾ ਹੋ ਗਈਆਂ। ਇਹ ਸਾਰੀਆਂ ਚੀਜ਼ਾਂ ਆਪਾਂ ਕਿਹਦੇ ਵਿੱਚ ਦਰਸਾਉਂਦੇ ਆ? ਬਿਹੇਵੀਅਰਿਜ਼ਮ ਵਿੱਚ ਦਰਸਾਉਂਦੇ ਆ। ਸੋ ਕੈਥਾਰਟਿਕ ਜਿਹੜੀ ਥਿਊਰੀ ਆਫ ਪਲੇ ਹੈ ਨਾ, ਇਹਦਾ ਆਨਸਰ ਹੋਊਗਾ ਜੀ ਬੀ। ਐਂਡ ਸਟੈਨਲੇ ਹਾਲ ਨਾਮ ਦੇ ਜਿਹੜੇ ਪਰਸਨ ਸੀਗੇ ਉਹਨਾਂ ਦੁਆਰਾ ਇਹ ਜਿਹੜਾ ਟਰਮ ਹੈਗੀ ਆ ਕੈਥਾਰਟਿਕ ਥਿਊਰੀ ਆਫ ਪਲੇ, ਉਹਨਾਂ ਦੁਆਰਾ ਦਿੱਤੀ ਗਈ ਸੀ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਇਨ ਮੋਰਲ ਡਿਵੈਲਪਮੈਂਟ ਦ ਪ੍ਰੀ ਕਨਵੈਨਸ਼ਨਲ ਸਟੇਜ ਅਕਰ ਡਿਊਰਿੰਗ ਦ ਏਜ ਲਿਮਿਟ ਆਫ। ਨੈਤਿਕ ਵਿਕਾਸ ਵਿੱਚ ਪੂਰਵ ਰਵਾਇਤੀ ਪੜਾਅ ਦੀ ਉਮਰ ਸੀਮਾ ਦੇ ਦੌਰਾਨ ਵਾਪਰਦਾ ਹੈ। ਕੀ ਉਹ 2 ਤੋਂ ਲੈ ਕੇ 7 ਸਾਲ ਹੈ, 3 ਤੋਂ ਲੈ ਕੇ 7 ਸਾਲ, 5 ਤੋਂ 10 ਸਾਲ, ਜਾਂ ਫਿਰ 4 ਤੋਂ 10 ਸਾਲ? ਬੇਸਿਕਲੀ ਤੁਹਾਨੂੰ ਪੁੱਛ ਲਿਆ ਗਿਆ ਮੋਰਲ ਡਿਵੈਲਪਮੈਂਟ ਦੇ ਵਿੱਚ ਪ੍ਰੀ ਕਨਵੈਨਸ਼ਨਲ ਦੀ ਇਹਨਾਂ ਨੇ ਗੱਲ ਕੀਤੀ ਹੈ। ਇੱਕ ਤਾਂ ਪ੍ਰੀ ਕਨਵੈਨਸ਼ਨਲ ਹੁੰਦਾ, ਜੇ ਕਨਵੈਨਸ਼ਨਲ ਹੁੰਦਾ, ਇੱਕ ਪੋਸਟ ਕਨਵੈਨਸ਼ਨਲ ਹੁੰਦਾ। ਜਿਹਦੇ ਵਿੱਚ ਆਪਾਂ ਪ੍ਰੀ ਕਨਵੈਨਸ਼ਨਲ ਦੀ ਗੱਲ ਕਰ ਰਹੇ ਹਾਂ। ਪ੍ਰੀ ਕਨਵੈਨਸ਼ਨਲ ਏਜ ਤੁਹਾਨੂੰ ਮੇਨਲੀ ਸਿੱਧੇ ਆਪਾਂ ਜੇਕਰ ਆਨਸਰ ਦੀ ਗੱਲ ਕਰੀਏ 5 ਤੋਂ ਲੈ ਕੇ 10 ਸਾਲਾਂ ਤੱਕ ਦੀ ਜਿਹੜੀ ਉਮਰ ਹੁੰਦੀ ਹੈ ਉਹਦੇ ਵਿੱਚ ਇਹ ਟਾਈਮ ਪੀਰੀਅਡ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਐਂਡ ਜੇਕਰ ਆਪਾਂ ਗੱਲ ਕਰੀਏ ਕਨਵੈਨਸ਼ਨਲ ਦੀ, ਕਨਵੈਨਸ਼ਨਲ ਸਟੇਜ ਜਿਹੜੀ ਹੁੰਦੀ ਆ ਉਹ ਤੁਹਾਨੂੰ ਮੇਨਲੀ ਅਡਲਟਸ ਜਿਹੜੇ ਹੁੰਦੇ ਆ ਉਹਨਾਂ ਵਿੱਚ ਵੇਖਣ ਨੂੰ ਮਿਲਦੀ ਹੈ। ਸੋ ਆਪਸ਼ਨ ਨੰਬਰ ਇੱਥੇ ਸੀ ਤੇ ਕਰੂੰਗਾ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਵਾਈਗੋਟਸਕੀ ਐਮਫਸਾਈਜ਼ ਦ ਸਿਗਨੀਫਿਕੈਂਸ ਆਫ ਦ ਰੋਲ ਪਲੇਡ ਬਾਈ ਵਿਚ ਆਫ ਦ ਫੋਲੋਇੰਗ ਫੈਕਟਰ ਇਨ ਦ ਲਰਨਿੰਗ ਆਫ ਚਿਲਡਰਨ। ਵਾਈਗੋਟਸਕੀ ਨੇ ਬੱਚਿਆਂ ਦੀ ਸਿੱਖਣ ਵਿੱਚ ਹੇਠਾਂ ਦਿੱਤੇ ਕਾਰਕਾਂ ਵਿੱਚੋਂ ਕਿਸ ਦੁਆਰਾ ਨਿਭਾਈ ਭੂਮਿਕਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ? ਕਿ ਇਹ ਮੋਰਲ ਹੈ, ਨੈਤਿਕ, ਜਾਂ ਫਿਰ ਇਹ ਫਿਜ਼ੀਕਲ ਹੈ, ਜਾਂ ਫਿਰ ਇਹ ਸੋਸ਼ਲ ਹੈ, ਜਾਂ ਫਿਰ ਇਹ ਹੈਰੀਡਿਟੀ ਹੈ, ਜਾਂ ਫਿਰ ਇਹ ਖਾਨਦਾਨੀ ਹੈ? ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਣਾ ਹੈ ਜੀ? ਇੱਥੇ ਹੋਣਾ ਹੈ
ਸੋਸ਼ਲ ਸਮਾਜਿਕ। ਵਾਈਗੋਟਸਕੀ ਮੇਨਲੀ ਗੱਲ ਕਰਦੇ ਸੀ ਕਿ ਸਮਾਜ ਦੀ, ਜ਼ਿਆਦਾ ਉਹਨਾਂ ਨੇ ਜਿਹੜੀ ਮਹੱਤਤਾ ਦਿੱਤੀ ਸੀਗੀ ਉਹ ਸਮਾਜ ਤੇ ਦਿੱਤੀ ਸੀ ਕਿ ਬੱਚਾ ਜਿਹੜਾ ਹੈ ਸਮਾਜ ਤੋਂ ਹੀ ਸਿੱਖਦਾ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਕੋਰਡਿੰਗ ਟੂ ਕੋਲਬਰਗ, ਅ ਟੀਚਰ ਕੈਨ ਇਨਸਟਿਲ ਮੋਰਲ ਵੈਲਿਊਜ਼ ਇਨ ਚਿਲਡਰਨ ਬਾਏ। ਕੋਲਬਰਗ ਦੇ ਅਨੁਸਾਰ ਇੱਕ ਅਧਿਆਪਕ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰ ਸਕਦਾ ਹੈ ਕਿਵੇਂ? ਆਪਸ਼ਨ ਨੰਬਰ ਏ, ਲੇਇੰਗ ਕਲੀਅਰ ਰੂਲਸ ਆਫ ਬਿਹੇਵੀਅਰ, ਵਿਵਹਾਰ ਦੇ ਸਪਸ਼ਟ ਨਿਯਮਾਂ ਰੱਖਣਾ। ਜਾਂ ਫਿਰ ਆਪਸ਼ਨ ਨੰਬਰ ਬੀ, ਇਨਵੋਲਵਿੰਗ them ਡਿਸਕਸ਼ਨ ਔਨ ਮੋਰਲ ਇਸ਼ੂਜ਼, ਉਹਨਾਂ ਨੂੰ ਨੈਤਿਕ ਮੁੱਦਿਆਂ ਤੇ ਚਰਚਾ ਵਿੱਚ ਸ਼ਾਮਿਲ ਕਰਨਾ। ਜਾਂ ਫਿਰ ਆਪਸ਼ਨ ਨੰਬਰ ਸੀ, ਗਿਵਿੰਗ ਸਟ੍ਰਿਕਟ ਇੰਸਟਰਕਸ਼ਨ ਔਨ ਹਾਊ ਟੂ ਬਿਹੇਵ, ਵਿਵਹਾਰ ਕਰਨ ਬਾਰੇ ਸਖਤ ਹਦਾਇਤਾਂ ਹੋਣਾ ਦੇਣਾ। ਜਾਂ ਫਿਰ ਆਪਸ਼ਨ ਨੰਬਰ ਡੀ, ਗਿਵਿੰਗ ਇੰਪੋਰਟੈਂਸ ਟੂ ਰਿਲੀਜੀਅਸ ਟੀਚਿੰਗ, ਧਾਰਮਿਕ ਸਿੱਖਿਆਵਾਂ ਨੂੰ ਮਹੱਤਵ ਦੇਣਾ। ਇਹਦੇ ਵਿੱਚ ਜਿਹੜਾ ਸਹੀ ਜਵਾਬ ਹੋਊਗਾ, ਜੇਕਰ ਆਪਾਂ ਗੱਲ ਕਰੀਏ, ਇਹਦੇ ਵਿੱਚ ਸਹੀ ਜਵਾਬ ਹੋਣਾ ਹੈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਬਾਕੀ ਦੇ ਜਵਾਬ ਹੋਣਗੇ ਜੀ ਉਹ ਗਲਤ ਹੋਣਗੇ, ਕਿਉਂਕਿ ਆਪਸ਼ਨ ਨੰਬਰ ਸੀ ਦੇ ਵਿੱਚ ਤਾਂ ਲਿਖਤਾ ਨਾ ਨੇ ਕਿ ਆਪਾਂ ਸਟ੍ਰਿਕਟ ਇੰਸਟਰਕਸ਼ਨ ਦੇਵਾਂਗੇ, ਇਹ ਤਾਂ ਗਲਤ ਹੋ ਗਿਆ ਜੀ। ਇੱਥੇ ਲਿਖਿਆ ਹੋਇਆ ਕਿ ਆਪਾਂ ਧਾਰਮਿਕ ਜਿਹੜੀਆਂ ਟੀਚਿੰਗਸ ਹੁੰਦੀਆਂ ਨੇ ਉਹਨਾਂ ਤੇ ਜ਼ੋਰ ਦੇਵਾਂਗੇ, ਇਹ ਗੱਲ ਵੀ ਗਲਤ ਹੈਗੀ ਹੈ ਜੀ। ਜਾਂ ਫਿਰ ਆਪਸ਼ਨ ਨੰਬਰ ਏ, ਲੇਇੰਗ ਕਲੀਅਰ ਰੂਲਸ ਆਫ ਬਿਹੇਵੀਅਰ, ਸੋ ਆਪਾਂ ਰੂਲਸ ਨੂੰ ਥੋਪ ਨਹੀਂ ਸਕਦੇ ਬੱਚਿਆਂ ਤੇ, ਆਪਾਂ ਮੇਨਲੀ ਕੀ ਕਰਾਂਗੇ, ਬੱਚਿਆਂ ਨੂੰ ਡਿਸਕਸ਼ਨ ਦੇ ਵਿੱਚ ਸ਼ਾਮਿਲ ਕਰਾਂਗੇ ਜਿਹਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਨੈਤਿਕ ਮੁੱਦੇ ਹੁੰਦੇ ਆ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਹੋਣੀ ਆ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ ਜਿਹਦੇ ਵਿੱਚ ਪੁੱਛਿਆ ਜਾ ਰਿਹਾ ਹੈ, ਅਕੋਰਡਿੰਗ ਟੂ ਪਿਆਜੇ ਸਟੇਜਸ ਆਫ ਕੋਗਨੀਟਿਵ ਡਿਵੈਲਪਮੈਂਟ, ਸੈਂਸਰੀ ਮੋਟਰ ਸਟੇਜ ਦੀ ਇਹਨਾਂ ਨੇ ਗੱਲ ਕੀਤੀ ਆ। ਸੈਂਸਰੀ ਮੋਟਰ ਸਟੇਜ ਕਾਹਦੇ ਨਾਲ ਸੰਬੰਧ ਰੱਖਦੀ ਹੈ ਜੀ? ਬੋਧਾਤਮਕ ਵਿਕਾਸ ਦੇ ਪਿਆਜੇ ਦੇ ਪੜਾਵਾਂ ਦੇ ਅਨੁਸਾਰ ਸੈਂਸਰੀ ਮੋਟਰ ਪੜਾਅ ਨਾਲ ਜੁੜਿਆ ਹੋਇਆ ਹੈ। ਐਬਿਲਿਟੀ ਟੂ ਸੋਲਵ ਪ੍ਰੋਬਲਮਸ ਇਨ ਅ ਲੌਜੀਕਲ ਫੈਸ਼ਨ, ਤਰਕਪੂਰਨ ਢੰਗ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ। ਜਾਂ ਫਿਰ ਆਪਸ਼ਨ ਨੰਬਰ ਬੀ, ਐਬਿਲਿਟੀ ਟੂ ਇੰਟਰਪ੍ਰੀਟ ਐਂਡ ਐਨਾਲਾਈਜ਼ ਆਪਸ਼ਨਸ, ਵਿਕਲਪਾਂ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਕਰਨ ਦੀ ਯੋਗਤਾ। ਜਾਂ ਫਿਰ ਆਪਸ਼ਨ ਨੰਬਰ ਸੀ, ਕੰਸਰਨ ਅਬਾਊਟ ਸੋਸ਼ਲ ਇਸ਼ੂਜ਼, ਸਮਾਜਿਕ ਮੁੱਦਿਆਂ ਬਾਰੇ ਚਿੰਤਾਵਾਂ। ਜਾਂ ਫਿਰ ਆਪਸ਼ਨ ਨੰਬਰ ਡੀ, ਇਮੀਟੇਸ਼ਨਸ, ਮੈਮਰੀ ਐਂਡ ਮੈਂਟਲ ਰਿਪਰੈਜ਼ੈਂਟੇਸ਼ਨ, ਨਕਲ, ਯਾਦਾਸ਼ਤ ਅਤੇ ਮਾਨਸਿਕ ਪ੍ਰਤੀਨਿਧਤਾ। ਇਹਦਾ ਜਿਹੜਾ ਸਹੀ ਜਵਾਬ ਹੋਣਾ ਹੈ ਜੀ ਉਹ ਕੀ ਹੋਵੇਗਾ? ਸੈਂਸਰੀ ਮੋਟਰ ਸਟੇਜ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਬਰਥ ਤੋਂ ਲੈ ਕੇ 2 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਇਹ ਸਟੇਜਸ ਤੁਹਾਨੂੰ ਜਦੋਂ ਵੇਖਣ ਨੂੰ ਮਿਲਦੀ ਹੈ ਜੀ, ਇਹਦੇ ਵਿੱਚ ਬੱਚੇ ਮੇਨਲੀ ਸਿੱਖਦੇ ਆ ਨਕਲ ਕਰਕੇ, ਆਪਦੀਆਂ ਜਿਹੜੀਆਂ ਇੰਦਰੀਆਂ ਹੁੰਦੀਆਂ ਨੇ ਜੀ ਉਹਦੀ ਵਰਤੋਂ ਕਰਕੇ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਇਮੀਟੇਸ਼ਨ, ਮੈਮਰੀ ਐਂਡ ਮੈਂਟਲ ਰਿਪਰੈਜ਼ੈਂਟੇਸ਼ਨ, ਨਕਲ, ਯਾਦਾਸ਼ਤ ਅਤੇ ਮਾਨਸਿਕ ਪ੍ਰਤੀਨਿਧਤਾ, ਇਹ ਵਿਸ਼ੇਸ਼ਤਾ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਅਗਲਾ ਪ੍ਰਸ਼ਨ ਵੇਖ ਲਓ ਜੀ, ਅਕੋਰਡਿੰਗ ਟੂ ਪਿਆਜੇ ਕੋਗਨੀਟਿਵ ਥਿਊਰੀ ਆਫ ਲਰਨਿੰਗ, ਦ ਪ੍ਰੋਸੈਸ ਬਾਏ ਵਿਚ ਦ ਕੋਗਨੀਟਿਵ ਸਟਰਕਚਰ ਇਜ਼ ਮੋਡੀਫਾਈਡ ਇਜ਼ ਕਾਲਡ। ਪਿਆਜੇ ਦੇ ਸਿੱਖਣ ਦੇ ਬੋਧਾਤਮਕ ਸਿਧਾਂਤ ਦੇ ਅਨੁਸਾਰ ਉਹ ਪ੍ਰਕਿਰਿਆ ਜਿਸ ਦੁਆਰਾ ਬੋਧਾਤਮਕ ਬਣਤਰ ਨੂੰ ਸੁਧਿਆ ਜਾਂਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਜੀ? ਪਿਆਜੇ ਨੇ ਕੁਝ ਟਰਮਸ ਦਿੱਤੀਆਂ ਸੀਗੀਆਂ, ਜਿਵੇਂ ਕਿ ਐਕੋਮੋਡੇਸ਼ਨ ਹੋ ਗਈ, ਐਸਿਮੀਲੇਸ਼ਨ ਹੋ ਗਈ, ਸਕੀਮਾ ਹੋ ਗਿਆ। ਸੋ ਇਹਦੇ ਵਿੱਚ ਪੁੱਛਿਆ ਜਾ ਰਿਹਾ ਤੁਹਾਨੂੰ ਕਿ ਪਿਆਜੇ ਦੇ ਕੋਗਨੀਟਿਵ ਥਿਊਰੀ ਦੇ ਅਕੋਰਡਿੰਗ ਜਦੋਂ ਆਪਾਂ ਲਰਨਿੰਗ ਦੀ ਗੱਲ ਕਰਦੇ ਹਾਂ, ਲਰਨਿੰਗ ਦੀ ਗੱਲ ਜਦੋਂ ਆਪਾਂ ਕਰ ਰਹੇ ਹਾਂ ਤੇ ਇਹਦੇ ਵਿੱਚ ਜਦੋਂ ਆਪਣੇ ਦਿਮਾਗ ਵਿੱਚ ਜਿਹੜਾ ਆਪਣਾ ਸਕੀਮਾ ਹੁੰਦਾ, ਸਕੀਮਾ ਜਦੋਂ ਮੈਂ ਵਰਡ ਕਹਿਤਾ ਤੁਹਾਨੂੰ ਪਤਾ ਲੱਗ ਗਿਆ ਕਿ ਇਹਦਾ ਇਹ ਜਵਾਬ ਤਾਂ ਨਹੀਂ ਹੈਗਾ, ਕਿ ਜਿਹੜਾ ਆਪਣਾ ਸਕੀਮਾ ਹੁੰਦਾ ਉਹਦੇ ਕੋਗਨੀਟਿਵ ਸਟਰਕਚਰ ਦੇ ਵਿੱਚ ਜਦੋਂ ਆਪਾਂ ਕੋਈ ਇਨਫੋਰਮੇਸ਼ਨ ਨੂੰ ਮੋਡੀਫਾਈ ਕਰ ਰਹੇ ਹਾਂ, ਜਦੋਂ ਆਪਾਂ ਮੋਡੀਫਿਕੇਸ਼ਨ ਕਰ ਰਹੇ ਹਾਂ ਤੇ ਉਹ ਕੀ ਹੈ? ਕੀ ਇਹ ਪਰਸੈਪਸ਼ਨ ਹੈ, ਐਕੋਮੋਡੇਸ਼ਨ ਜਾਂ ਫਿਰ ਅਸਿਮੀਲੇਸ਼ਨ? ਇਹ ਆਪਾਂ ਟਰਮਸ ਪਹਿਲਾਂ ਥਿਊਰੀ ਵਾਲੀਆਂ ਕਲਾਸਿਸ ਵਿੱਚ ਸਮਝੀਆਂ ਹੋਈਆਂ ਜੀ। ਜੇਕਰ ਤੁਸੀਂ ਉਹ ਕਲਾਸਾਂ ਵੇਖੀਆਂ ਹੋਣਗੀਆਂ ਤੇ ਇਹਦਾ ਜਵਾਬ ਤੁਸੀਂ ਜ਼ਰੂਰ ਦਿਓਗੇ। ਇਹਦਾ ਜਵਾਬ ਹੋਣਾ ਹੈ ਜੀ ਐਕੋਮੋਡੇਸ਼ਨ। ਐਕੋਮੋਡੇਸ਼ਨ ਇਹਦਾ ਜਵਾਬ ਕਿਉਂ ਹੋਣਾ ਹੈ ਜੀ? ਕਿਉਂਕਿ ਜਦੋਂ ਵੀ ਕਿਸੇ ਪਰਸਨ ਦੇ ਦਿਮਾਗ ਵਿੱਚ ਜਦੋਂ ਕੋਈ ਇਨਫੋਰਮੇਸ਼ਨ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਜਾਂਦੀ ਹੈ ਜਾਂ ਫਿਰ ਉਸ ਇਨਫੋਰਮੇਸ਼ਨ ਨੂੰ ਕਰੈਕਟ ਕੀਤਾ ਜਾਂਦਾ ਹੈ, ਉਹਨੂੰ ਆਪਾਂ ਐਕੋਮੋਡੇਸ਼ਨ ਦਾ ਨਾਮ ਦਿੰਦੇ ਹਾਂ। ਬਟ ਮੰਨ ਲਓ ਜਦੋਂ ਆਪਾਂ ਕਿਸੇ ਦੇ ਦਿਮਾਗ ਵਿੱਚ ਨਵੀਂ ਇਨਫੋਰਮੇਸ਼ਨ ਪਾ ਰਹੇ ਹਾਂ, ਪਹਿਲੀ ਵਾਰ ਇਨਫੋਰਮੇਸ਼ਨ ਪਾ ਰਹੇ ਹਾਂ, ਉਸ ਤੋਂ ਪਹਿਲਾਂ ਹੋ ਸਕਦਾ ਕਿ ਉਸ ਪਰਸਨ ਨੇ ਉਸ ਚੀਜ਼ ਬਾਰੇ ਸੁਣਿਆ ਹੋਵੇ, ਬਟ ਆਪਾਂ ਨਵੀਂ ਇਨਫੋਰਮੇਸ਼ਨ ਜਦੋਂ ਪਾ ਰਹੇ ਹੁੰਦੇ ਆ ਉਹਨੂੰ ਆਪਾਂ ਐਸਿਮੀਲੇਸ਼ਨ ਦਾ ਨਾਮ ਦਿੰਦੇ ਆ। ਅਦਰਵਾਈਜ਼ ਜੇਕਰ ਕੋਈ ਮੋਡੀਫਿਕੇਸ਼ਨ ਹੋ ਰਹੀ ਹੈ ਕਿਸੇ ਇਨਫੋਰਮੇਸ਼ਨ ਦੇ ਵਿੱਚ, ਕਿਸੇ ਦੇ ਦਿਮਾਗ ਵਿੱਚ, ਉਹਨੂੰ ਆਪਾਂ ਐਕੋਮੋਡੇਸ਼ਨ ਦਾ ਨਾਮ ਦਿੰਦੇ ਆ। ਆਪਸ਼ਨ ਨੰਬਰ ਤੁਸੀਂ ਇਹ ਨੂੰ ਕਰ ਸਕਦੇ ਹੋ ਟਿਕ। ਤੇ ਆਪਾਂ ਚੱਲਦੇ ਹਾਂ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। ਥਿੰਕਿੰਗ ਕੀ ਹੈ ਜੀ? ਸੋਚਣ ਦੀ ਜਿਹੜੀ ਪ੍ਰਕਿਰਿਆ ਹੈ ਕੀ ਹੈ? ਇਹ ਇੱਕ ਸਾਈਕੋਮੋਟਰ ਪ੍ਰੋਸੈਸ ਹੈ ਜਾਂ ਫਿਰ ਆਪਸ਼ਨ ਨੰਬਰ ਬੀ ਅ ਸਾਈਕੋਲੋਜੀਕਲ ਫਿਨੋਮੇਨਨ, ਇੱਕ ਮਨੋਵਿਗਿਆਨਿਕ ਵਰਤਾਰਾ ਹੈ। ਜਾਂ ਫਿਰ ਆਪਸ਼ਨ ਨੰਬਰ ਸੀ ਐਨ ਅਫੈਕਟਿਵ ਬਿਹੇਵੀਅਰ ਮੈਂਟਲ, ਇੱਕ ਪ੍ਰਭਾਵਸ਼ਾਲੀ ਵਿਵਹਾਰਕ ਮਾਨਸਿਕ। ਜਾਂ ਫਿਰ ਆਪਸ਼ਨ ਨੰਬਰ ਡੀ ਅ ਕੋਗਨੀਟਿਵ ਐਕਟੀਵਿਟੀ, ਇੱਕ ਬੋਧਾਤਮਕ ਗਤੀਵਿਧੀ ਹੈਗੀ ਹੈ। ਇਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ, ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ? ਥਿੰਕਿੰਗ ਜਿਹੜੀ ਹੈ ਐਸੈਂਸ਼ੀਅਲੀ ਅ ਕੋਗਨੀਟਿਵ ਐਕਟੀਵਿਟੀ। ਆਪਸ਼ਨ ਨੰਬਰ ਤੁਸੀਂ ਡੀ ਨੂੰ ਕਰ ਸਕਦੇ ਹੋ ਟਿਕ।
ਤੇ ਆਪਾਂ ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਤੇ। ਲਾਸਟ ਪ੍ਰਸ਼ਨ ਹੈ ਜੀ, ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ, ਅ ਗੁੱਡ ਟੀਚਿੰਗ ਮੈਥਡ ਫॉर द ਇਨਫੈਂਸੀ ਸਟੇਜ ਇਜ਼। ਬਚਪਨ ਦੇ ਪੜਾਅ ਲਈ ਇੱਕ ਵਧੀਆ ਅਧਿਆਪਨ ਵਿਧੀ ਕਿਹੜੀ ਹੋ ਸਕਦੀ ਹੈ? ਟੀਚਿੰਗ ਮੈਥਡ ਦੀ ਗੱਲ ਕਰ ਰਿਹਾ ਹੈ। ਮੌਂਟਰੇਸੀ ਮੈਥਡ ਹੈ, ਪਲੇਵੇ ਮੈਥਡ, ਕਿੰਡਰਗਾਰਟਨ ਮੈਥਡ ਜਾਂ ਫਿਰ ਆਲ ਆਫ them। ਮੈਨੂੰ ਨਹੀਂ ਲੱਗਦਾ ਇਸ ਕੁਐਸਚਨ ਦੇ ਵਿੱਚ ਕੁਝ ਸਮਝਾਉਣ ਦੀ ਲੋੜ ਹੈਗੀ ਆ, ਕਿਉਂਕਿ ਇਹ ਜਿਹੜੇ ਸਾਰੇ ਮੈਥਡ ਨੇ ਆਪਸ ਵਿੱਚ ਰਿਲੇਟਡ ਹੈਗੇ ਆ, ਇੱਕ ਦੂਜੇ ਨਾਲ ਹੀ ਮਤਲਬ ਮਿਲਦੇ ਜੁਲਦੇ ਮੈਥਡ ਹੈਗੇ ਆ। ਇਸ ਪ੍ਰਸ਼ਨ ਦਾ ਜਵਾਬ ਤੁਸੀਂ ਲਗਾ ਸਕਦੇ ਹੋ ਆਪਸ਼ਨ ਨੰਬਰ ਡੀ। ਐਂਡ ਇਸ ਦੇ ਨਾਲ ਹੀ ਅੱਜ ਦੇ ਆਪਣੇ ਪ੍ਰਸ਼ਨ ਖਤਮ ਹੁੰਦੇ ਆ ਜੀ। ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਡੇ ਲਈ ਯੂਸਫੁਲ ਰਿਹਾ ਹੋਊਗਾ। ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ 10 ਵਿੱਚੋਂ ਇੱਥੇ ਕਿੰਨੇ ਨੰਬਰ ਬਣੇ ਹੈਗੇ ਆ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ, ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਐਂਡ ਲਾਈਕ ਵੀ ਕਰ ਦਿਓ ਵੀਡੀਓ ਨੂੰ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।